A very sweet morning to all of you students. How are you? I hope all are you fine and fit. So today we will discuss the concept of chapter first, that's evolution and fundamental of business. So before start this chapter we will discuss about the types of human activities. So in business there are two types of human activities. One is economic activity and second one is non-economic activities. Economic activities ਬੇਟਾ ਉਹ ਐਕਟੀਵਿਟੀਜ਼ ਹੁੰਦੀਆਂ ਜਿਹਦਾ ਬੇਸਿਕ ਪਰਪਸ ਕੀ ਹੈਗਾ ਵਾ ਕਿ ਅਸੀਂ ਕੋਈ ਕੰਮ ਕਰਨਾ ਵਾ ਲਿਵਿੰਗ ਵਾਸਤੇ, ਅਰਨ ਲਿਵਿੰਗ। ਹੁਣ ਤੁਹਾਨੂੰ ਦੱਸੀ ਸੀ ਗੱਲ, ਫੈਕਟਰੀ ਦੇ ਵਿੱਚ ਇੱਕ ਵਰਕਰ ਕੰਮ ਕਰਦਾ, ਦੁਕਾਨਦਾਰ ਇੱਕ ਗੁੱਡਸ ਵੇਚਦਾ, ਡਾਕਟਰ ਪੇਸ਼ੈਂਟ ਨੂੰ ਚੈੱਕ ਕਰਦਾ, ਉਹਦੇ ਬਦਲੇ ਉਹਨਾਂ ਕੋਲ ਕੋਈ ਨਾ ਕੋਈ ਕੀ ਕਰਦੇ ਆ, ਫੀਸ ਚਾਰਜ ਕਰਦੇ ਆ, ਕੁਛ ਨਾ ਕੁਛ ਉਹਦੇ ਬਦਲੇ ਰਿਟਰਨ ਲੈਂਦੇ ਪਏ। ਤੇ ਨਾਨ ਇਕਨੋਮਿਕ ਦੇ ਵਿੱਚ ਜਿੱਥੇ ਵਿੱਚ ਆਪਾਂ ਗੱਲ ਕਰਦੇ ਸੇਫਟੀ, ਸੋਸ਼ਲ, ਸਾਈਕੋਲੋਜੀਕਲ ਐਂਡ ਇਮੋਸ਼ਨਲ ਨੀਡ ਬਾਰੇ ਗੱਲ ਕਰਦੇ। ਸੋ ਦੋਨਾਂ ਦੇ ਵਿੱਚ ਡਿਫਰੈਂਸ ਆ ਗਿਆ ਕਿ ਉਹ ਜਿਹੜੀ ਐਕਟੀਵਿਟੀ ਪੈਸਾ ਕਮਾਉਣ ਲਈ ਕੰਮ ਕੀਤੀ ਜਾਂਦੀ ਹੈ ਤੇ ਆਹ ਵਾਲੀ ਐਕਟੀਵਿਟੀ ਬਿਨਾਂ ਪੈਸੇ ਵਾਸਤੇ ਕੰਮ ਕੀਤੀ ਜਾਂਦੀ। ਹੁਣ ਆਪਾਂ ਬੇਟਾ ਡਿਸਕਸ ਕਰਦੇ ਹਾਂ ਇਕਨੋਮਿਕ ਐਕਟੀਵਿਟੀ ਬਾਰੇ। ਨਾਨ ਇਕਨੋਮਿਕ ਦੇ ਅੰਦਰ ਤਾਂ ਚਲੋ ਸਾਈਕੋਲੋਜੀਕਲ ਸੇਫਟੀ ਵਾਸਤੇ ਗੱਲ ਹੋ ਗਈ, ਇਮੋਸ਼ਨਲ ਸੈਟੀਸਫੈਕਸ਼ਨ ਦੀ ਗੱਲ ਹੋ ਗਈ। ਇਕਨੋਮਿਕ ਐਕਟੀਵਿਟੀ ਵਿੱਚ ਗੱਲ ਬੇਟਾ ਤਿੰਨ ਤਰ੍ਹਾਂ ਦੇ ਪਾਰਟਸ ਆ ਜਾਂਦੇ ਆ। ਇਕਨੋਮਿਕ ਐਕਟੀਵਿਟੀ ਸਭ ਤੋਂ ਪਹਿਲਾਂ ਆ ਗਿਆ ਬਿਜ਼ਨਸ, ਪ੍ਰੋਫੈਸ਼ਨ, ਇੰਪਲੋਇਮੈਂਟ। ਤੇ ਬਿਜ਼ਨਸ ਦੇ ਵਿੱਚ ਤੁਹਾਨੂੰ ਦੱਸਿਆ ਸੀ ਬੇਟਾ ਮਤਲਬ ਬਿਜ਼ਨਸ ਦਾ ਕੀ ਹੈ ਕਿ ਜਿਹਦੇ ਵਿੱਚ ਆਪਾਂ ਪ੍ਰੋਡਕਸ਼ਨ, ਪਰਚੇਜ਼, ਸੇਲ ਆਫ ਗੁੱਡਸ ਐਂਡ ਸਰਵਿਸਿਸ, ਕਿ ਬਿਜ਼ਨਸ ਦੇ ਵਿੱਚ ਪ੍ਰੋਡਕਸ਼ਨ, ਪਰਚੇਜ਼, ਸੇਲ ਕਰਦੇ ਆ ਕਿ ਕਿਸ ਪਰਪਸ ਲਈ, ਪੈਸਾ ਕਮਾਓ, ਕਿ ਸਾਡਾ ਮੇਨ ਮੋਟਿਵ ਕੀ ਹੈ, ਪੈਸਾ ਅਰਨ ਕਰਨਾ। ਕੋਈ ਵੀ ਕੰਮ ਕਰਦੇ ਆ, ਬਿਜ਼ਨਸ ਕਰਦੇ ਆ, ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਹੋਵੇ, ਮੇਨ ਮੋਟਿਵ ਸਾਡਾ ਹੁਣ ਬਿਜ਼ਨਸ ਵਾਸਤੇ ਕਿ ਅਰਨ ਪ੍ਰੋਫਿਟ, ਪੈਸਾ ਕਮਾਉਣ ਵਾਸਤੇ। ਸੋ ਇਹਦੇ ਫਸਟ ਫੀਚਰ ਆ ਗਿਆ ਇਕਨੋਮਿਕ ਐਕਟੀਵਿਟੀ। ਹੁਣੇ ਬੇਟਾ ਤੁਹਾਨੂੰ ਉਹਦਾ ਮਤਲਬ ਦੱਸਿਆ ਇਕਨੋਮਿਕ ਐਕਟੀਵਿਟੀ ਦਾ ਕਿ ਜਿਹਦੇ ਵਿੱਚ ਪੈਸੇ ਨੂੰ ਕੀ ਕੀਤਾ ਜਾਂਦਾ, ਅਰਨ ਕੀਤਾ ਜਾਂਦਾ, ਲਾਈਵਲੀਹੁੱਡ ਕਮਾਈ ਜਾਂਦੀ ਹੈ। ਕੋਈ ਸਿੰਪੈਥੀ ਲਈ, ਸਾਈਕੋਲੋਜੀਕਲ ਰੀਜ਼ਨ ਲਈ ਕੰਮ ਨਹੀਂ ਕਰਦੇ, ਮੇਨ ਮੋਟਿਵ ਇਜ਼ ਟੂ ਅਰਨ ਮਨੀ। ਸੈਕਿੰਡ ਪੁਆਇੰਟ ਪ੍ਰੋਡਕਸ਼ਨ ਔਰ ਪ੍ਰੋਕਿਉਰਮੈਂਟ ਆਫ ਗੁੱਡਸ ਐਂਡ ਸਰਵਿਸਿਸ, ਕਿ ਪ੍ਰੋਡਕਸ਼ਨ ਕਰਨੀ, ਪ੍ਰੋਕਿਉਰਮੈਂਟ ਕਰਨੀ, ਗੁੱਡਸ ਐਂਡ ਸਰਵਿਸਿਸ ਬਣਾ ਕੇ ਰੱਖਣੀ ਹੈ। ਗੁੱਡਸ, ਕੰਜ਼ਿਊਮਰ ਗੁੱਡਸ ਤੁਹਾਨੂੰ ਦੱਸਿਆ ਸੀ, ਸ਼ੂਗਰ, ਪੈਨ ਤੇ ਕੈਪੀਟਲ ਗੁੱਡਸ, ਮਸ਼ੀਨਾਂ ਵਗੈਰਾ ਆ ਜਾਂਦੀਆਂ। ਤੇ ਸਰਵਿਸਿਸ ਦੇ ਵਿੱਚ ਆ ਜਾਂਦੀਆਂ ਟਰਾਂਸਪੋਰਟ ਦੀ ਸਰਵਿਸਿਸ, ਬੈਂਕਿੰਗ, ਇਲੈਕਟ੍ਰਿਸਿਟੀ, ਇੰਸ਼ੋਰੈਂਸ। ਆਹ ਵਾਲੀ ਬੇਟਾ ਸਰਵਿਸਿਸ ਕੀ ਹੈ, ਪ੍ਰੋਵਾਈਡ ਕੀਤੀ ਜਾਂਦੀ ਹੈ। ਦੈਨ ਇਸ ਤੋਂ ਬਾਅਦ ਆ ਗਈਆਂ ਸੇਲ ਔਰ ਐਕਸਚੇਂਜ ਆਫ ਗੁੱਡਸ ਐਂਡ ਸਰਵਿਸਿਸ, ਕਿ ਕਿਸੇ ਚੀਜ਼ ਦੀ ਸੇਲ ਕਰਨੀ, ਐਕਸਚੇਂਜ ਕਰਨੀ ਗੁੱਡਸ ਐਂਡ ਸਰਵਿਸਿਸ ਦੀ ਡਾਇਰੈਕਟਲੀ, ਇਨਡਾਇਰੈਕਟ ਵੇ ਦੇ ਨਾਲ। ਕਿ ਮੇਨ ਪਰਪਸ ਕੀ ਹੈਗਾ ਵਾ ਕਿ ਸੈਟਿਸਫਾਈ ਕਰਨਾ, ਕਸਟਮਰ ਨੂੰ ਸੈਟਿਸਫਾਈ ਕਰਨਾ ਬਹੁਤ ਜ਼ਰੂਰੀ ਹੈ। ਜੇ ਕਸਟਮਰ ਸਾਡਾ ਸੈਟਿਸਫਾਈ ਹੋਊਗਾ ਫਿਰ ਹੀ ਆਪਾਂ ਬਿਜ਼ਨਸ ਵਾਸਤੇ ਕੋਈ ਨਾ ਕੋਈ ਕੰਮ ਕਰ ਸਕਦੇ ਹੈਗੇ ਆ। ਜੇ ਕਸਟਮਰ ਨਹੀਂ ਸੈਟਿਸਫਾਈ ਫਿਰ ਆਪਾਂ ਕੰਮ ਨਹੀਂ ਕਰ ਸਕਦੇ। ਡੀਲਿੰਗ ਇਨ ਗੁੱਡਸ ਐਂਡ ਸਰਵਿਸਿਸ ਔਨ ਰੈਗੂਲਰ ਬੇਸਿਸ। ਨੈਕਸਟ ਪੁਆਇੰਟ, ਕਹਿਣ ਦਾ ਮਤਲਬ ਬੇਟਾ ਕਿ ਜਿਹੜਾ ਆਪਾਂ ਬਿਜ਼ਨਸ ਹੈ ਰੂਟੀਨ ਦੇ ਵਿੱਚ ਕੰਮ ਕਰਦੇ ਕਿ ਨਹੀਂ, ਇੱਕ ਦਿਨ ਕੰਮ ਕਰ ਲਿਆ, ਇੱਕ ਦਿਨ ਨਹੀਂ ਕੰਮ ਕੀਤਾ, ਇੱਕ ਦਿਨ ਕਰ ਲਿਆ, ਨਹੀਂ। ਜਿਹੜਾ ਇੱਥੇ ਵਰਕ ਹੁੰਦਾ ਰੈਗੂਲਰ ਮਤਲਬ ਰੂਟੀਨ ਦੇ ਵਿੱਚ ਰੋਜ਼ ਬਿਜ਼ਨਸ ਖੋਲਣਾ, ਓਪਨ ਕਰਨਾ, ਪਰਚੇਜ਼, ਸੇਲ ਕਰਨੀ। ਨੈਕਸਟ ਪੁਆਇੰਟ ਪ੍ਰੋਫਿਟ ਅਰਨਿੰਗ, ਪ੍ਰੋਫਿਟ ਅਰਨ ਕਰਨਾ। ਤੁਹਾਨੂੰ ਪਤਾ ਬਿਜ਼ਨਸ ਦੇ ਵਿੱਚ ਪ੍ਰੋਫਿਟ ਹੋਣਾ ਜ਼ਰੂਰੀ ਹੈ, ਜਿਸ ਤਰ੍ਹਾਂ ਆਪਣੇ ਸਰੀਰ ਦੇ ਵਿੱਚ ਬਲੱਡ ਦਾ ਹੋਣਾ ਜ਼ਰੂਰੀ ਹੈ। ਲਾਈਫ ਦੇ ਵਿੱਚ ਸਾਡੀ ਬੋਡੀ 'ਚ ਬਲੱਡ ਨਾ ਹੋਵੇ ਤੇ ਸਾਡੀ ਬੋਡੀ ਨਹੀਂ ਵਰਕ ਕਰਦੀ, ਸੇਮ ਇਸੇ ਤਰ੍ਹਾਂ ਬਿਜ਼ਨਸ ਦੇ ਵਿੱਚ ਬੇਟਾ ਬਲੱਡ ਹੋਣਾ ਬਹੁਤ ਜ਼ਰੂਰੀ ਹੈ। ਬਿਜ਼ਨਸ ਦੇ ਵਿੱਚ ਪ੍ਰੋਫਿਟ ਹੋਣਾ, ਲਾਈਫ ਦੇ ਵਿੱਚ ਬੋਡੀ 'ਚ ਬਲੱਡ ਤੇ ਬਿਜ਼ਨਸ ਦੇ ਵਿੱਚ ਮਨੀ ਦਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਪ੍ਰੋਫਿਟ ਨੂੰ ਅਰਨ ਕਰ ਸਕਦੇ ਹਾਂ। ਕਿ ਬਿਜ਼ਨਸ ਦੇ ਵਿੱਚ ਜਿਹੜੀ ਸਾਡੀ ਰਿਟਰਨ ਵਾ ਉਸ ਚੀਜ਼ ਦਾ ਪੱਕਾ ਨਹੀਂ ਹੈਗਾ, ਅਨਸਰਟਨਟੀ ਹੈ। ਹੁਣ ਲਾਕਡਾਊਨ ਲੱਗ ਗਿਆ, ਬਿਜ਼ਨਸ ਠੱਪ ਹੋ ਗਿਆ। ਸੋ ਕਹਿਣ ਦਾ ਮਤਲਬ ਬਿਜ਼ਨਸ ਕੀ ਹੈ, ਜਿਹੜਾ ਸਰਟਨ ਨਹੀਂ ਹੈ, ਅਨਸਰਟਨ। ਰਿਸਕ ਕਿਸ ਚੀਜ਼ ਦਾ, ਟੇਸਟ, ਫੈਸ਼ਨ, ਕੋਈ ਸਟ੍ਰਾਈਕ, ਕੋਈ ਫਾਇਰ, ਕੋਈ ਥੈਫਟ। ਨੈਕਸਟ ਆ ਗਿਆ ਪ੍ਰੋਫੈਸ਼ਨ ਦੇ ਵਿੱਚ ਸਪੈਸ਼ਲਾਈਜ਼ਡ ਨੌਲੇਜ। ਪ੍ਰੋਫੈਸ਼ਨ ਮਤਲਬ ਇੱਕ ਸਪੈਸ਼ਲਾਈਜ਼ਡ ਨੌਲੇਜ, ਇੱਕ ਸਕਿੱਲ ਹੋਣੀ ਚਾਹੀਦੀ ਹੈ ਕਿ ਜਿਹੜੇ ਬਦਲੇ ਆਪਾਂ ਕੋਈ ਕੰਮ ਕਰਦੇ ਤਾਂ ਉਹਦੇ ਬਦਲੇ ਆਪਾਂ ਫੀਸ ਲੈ ਸਕਦੇ ਹੋਈਏ। ਤੁਹਾਨੂੰ ਦੱਸਿਆ ਸੀ ਲਾਇਰ, ਡਾਕਟਰ, ਅਕਾਊਂਟੈਂਟ, ਇਹਨਾਂ ਦਾ ਪ੍ਰੋਫੈਸ਼ਨ ਹੈ, ਇਹਨਾਂ ਦੀ ਸੰਸਥਾਵਾਂ ਬਣੀਆਂ ਹੋਈਆਂ, ਉਹਨਾਂ ਨੂੰ ਸੰਸਥਾਵਾਂ ਦੇ ਅਕੋਰਡਿੰਗ ਨੌਲੇਜ ਹੁੰਦੀ ਹੈ, ਨੌਲੇਜ ਦੇ ਅਕੋਰਡਿੰਗ ਇੰਸਟਰਕਸ਼ਨਸ ਜੋ ਮਿਲਦੀਆਂ ਉਹਨਾਂ ਨੂੰ ਪਾਸ ਆਊਟ ਕਰਨੀਆਂ ਪੈਂਦੀਆਂ, ਮੰਨਣੀਆਂ ਪੈਂਦੀਆਂ। ਸੋ ਕਹਿਣ ਦਾ ਮਤਲਬ ਵੈਲ ਡਿਫਾਈਨਡ ਬੋਡੀ ਆਫ ਨੌਲੇਜ। ਰਿਸਟ੍ਰਿਕਟਿਡ ਐਂਟਰੀ, ਕਿ ਸਾਨੂੰ ਉਹਦੀ ਡਿਗਰੀ ਕਰਾਂਗੇ ਤੇ ਫਿਰ ਸਾਨੂੰ ਪਰਮਿਸ਼ਨ ਮਿਲ ਸਕਦੀ, ਅਦਰਵਾਈਜ਼ ਨਹੀਂ ਮਿਲ ਸਕਦੀ। ਐਸੋਸੀਏਸ਼ਨਸ ਹੁੰਦੀਆਂ, ਐਸੋਸੀਏਸ਼ਨ ਦੁਆਰਾ ਪ੍ਰੋਪਰ ਕੋਡ ਆਫ ਕੰਡਕਟ, ਰੂਲਸ ਰੈਗੂਲੇਸ਼ਨ ਕੀਤੇ ਜਾਂਦੇ, ਫੋਲੋ, ਉਹ ਮੰਨਣੇ ਪੈਂਦੇ। ਮੇਨ ਮੋਟਿਵ ਸਰਵਿਸ ਪ੍ਰੋਵਾਈਡ ਕਰਦੇ ਹੋ, ਸਰਵਿਸ ਦੇ ਬਦਲੇ ਉਹਨਾਂ ਨੂੰ ਕੀ ਮਿਲ ਜਾਂਦੀ ਹੈ, ਉਹਦੇ ਬਦਲੇ ਕੁਛ ਨਾ ਕੁਛ ਫੀ ਮਿਲ ਜਾਂਦੀ ਹੈ। ਰਿਵਾਰਡ ਔਰ ਰਿਟਰਨ, ਪ੍ਰੋਫੈਸ਼ਨਲਸ ਅਰਨ ਇਨਕਮ ਕਰਦੇ ਉਹਦੇ ਬਦਲੇ ਫੀਸ ਤੇ ਲੈਂਦੇ ਹੈਗੇ। ਤੇ ਇਹਨਾਂ ਦਾ ਵਰਕ ਕਿਸ ਨੇਚਰ ਦਾ, ਕੰਸਲਟੈਂਸੀ, ਐਡਵਾਈਜ਼ਰੀ ਸਰਵਿਸਿਜ਼ ਦਿੰਦੇ ਕਲਾਇੰਟ ਨੂੰ। ਦੈਨ ਉਸ ਤੋਂ ਬਾਅਦ ਨੈਕਸਟ ਤੀਸਰੀ ਇਕਨੋਮਿਕ ਐਕਟੀਵਿਟੀ ਦੇ ਅੰਦਰ ਥਰਡ ਸਟੈਪ ਆ ਗਿਆ, ਦੈਟਸ ਏ ਇੰਪਲੋਇਮੈਂਟ, ਕਿ ਜਿਹਦੇ ਵਿੱਚ ਕੋਈ ਨਾ ਕੋਈ ਪਰਸਨ ਕੰਮ ਕਰਦਾ ਵਾ ਕਿਸੇ ਆਰਗੇਨਾਈਜੇਸ਼ਨ, ਕੰਸਰਨ ਦੇ ਵਿੱਚ, ਉਹਦੇ ਬਦਲੇ ਉਹਨੂੰ ਕੀ ਮਿਲਦੀ ਪਈ ਹੈ, ਸੈਲਰੀ, ਵੇਜਿਸ ਮਿਲਦੀ ਪਈ।
ਇੱਕ ਕੰਟਰੈਕਚੁਅਲ ਰਿਲੇਸ਼ਨ, ਇਹਦਾ ਫੀਚਰਸ ਆ ਗਏ। ਫਸਟ ਕੰਟਰੈਕਚੁਅਲ ਰਿਲੇਸ਼ਨ, ਕੰਟਰੈਕਟ ਵਾ, ਉਸ ਕੰਟਰੈਕਟ ਦੇ ਅਕੋਰਡਿੰਗ ਉਹਨੂੰ ਕੰਮ ਕਰਨਾ ਪੈਂਦਾ, ਉਹਦਾ ਬਦਲੇ ਉਹਨੂੰ ਰਿਵਾਰਡ ਕੀ ਮਿਲ ਜਾਂਦਾ, ਉਹਨੂੰ ਸੈਲਰੀ, ਵੇਜਿਸ ਰੈਗੂਲਰ ਟਾਈਮ ਤੇ ਮਿਲ ਜਾਂਦੀਆਂ। ਜੋ ਉਹਦੇ ਇੰਪਲੋਇਰ ਨੇ ਕਹਿਤਾ ਉਹਨੂੰ ਗੱਲ ਮੰਨਣੀ ਪੈਂਦੀ। ਵਰਕ ਆਫ ਨੇਚਰ, ਜੋ ਉਹਦਾ ਇੰਪਲੋਇਰ ਕਹਿੰਦਾ ਉਹਨੂੰ ਉਹਦੀ ਗੱਲ ਨੂੰ ਫੋਲੋ ਕਰਨਾ ਪੈਂਦਾ। ਪੈਸਾ ਲਗਾਉਣਾ ਪੈਂਦਾ, ਕੈਪੀਟਲ ਇਨਵੈਸਟਮੈਂਟ, ਉਸ ਕੈਪੀਟਲ ਇਨਵੈਸਟਮੈਂਟ ਤੋਂ ਬਿਨਾਂ ਉਹ ਚੀਜ਼ ਉਹਦੀ ਫੁੱਲਫਿਲ ਨਹੀਂ ਹੁੰਦੀ। ਸੋ ਕਹਿਣ ਦਾ ਮਤਲਬ ਵਿੱਚ ਕੈਪੀਟਲ ਲੱਗਦੀ, ਇਨਵੈਸਟਮੈਂਟ ਲੱਗਦੀ ਹੈਗੀ ਹੈ। ਕੋਡ ਆਫ ਕੰਡਕਟ, ਉਹਦੇ ਜੋ ਰੂਲ ਰੈਗੂਲੇਸ਼ਨ ਆ ਉਹ ਉਹਨਾਂ ਨੂੰ ਮੰਨਣੇ ਪੈਂਦੇ ਹੈਗੇ। ਕੁਆਲੀਫਿਕੇਸ਼ਨ ਗਿਵਨ ਹੁੰਦੀਆਂ ਇੰਪਲੋਇਰ ਦੁਆਰਾ ਕਿ ਆਹ ਵਾਲੀ ਕੁਆਲੀਫਿਕੇਸ਼ਨਸ ਹੋਣੀਆਂ ਚਾਹੀਦੀਆਂ, ਇਸ ਕੁਆਲੀਫਿਕੇਸ਼ਨ ਤੋਂ ਬਿਨਾਂ ਉਸ ਪਰਸਨ ਨੂੰ ਅਸੀਂ ਅਪਲਾਈ ਨਹੀਂ ਕਰ ਸਕਦੇ। ਦੈਨ ਇਹਨਾਂ ਦੇ ਵਿੱਚ ਡਿਫਰੈਂਸ ਆ ਗਿਆ ਬੇਟਾ, ਬਿਜ਼ਨਸ ਪ੍ਰੋਫੈਸ਼ਨ ਇੰਪਲੋਇਮੈਂਟਸ, ਵੈਰੀ ਇੰਪੋਰਟੈਂਟ ਡਿਫਰੈਂਸ ਹੈ ਕਿ ਬਿਜ਼ਨਸ ਦਾ ਮੀਨਿੰਗ ਵੀ ਤੁਹਾਨੂੰ ਮੈਂ ਦੱਸਦਾ, ਪ੍ਰੋਫੈਸ਼ਨ ਦਾ ਵੀ ਦੱਸਦਾ, ਇੰਪਲੋਇਮੈਂਟ ਦਾ ਵੀ ਦੱਸਦਾ ਕਿ ਬਿਜ਼ਨਸ ਦੇ ਵਿੱਚ ਕੀ ਐਸਟੈਬਲਿਸ਼ਮੈਂਟ ਦੀ ਜ਼ਰੂਰਤ ਹੈ, ਪ੍ਰੋਫੈਸ਼ਨ 'ਚ ਕਿੱਦਾਂ ਐਸਟੈਬਲਿਸ਼ਮੈਂਟ ਹੋਣੀ ਚਾਹੀਦੀ ਹੈ, ਇੰਪਲੋਇਮੈਂਟ ਦੇ ਵਿੱਚ ਕਿਸ ਤਰ੍ਹਾਂ ਨੂੰ ਐਸਟੈਬਲਿਸ਼ਮੈਂਟ ਹੁੰਦੀ ਹੈ, ਬਿਜ਼ਨਸ ਨੂੰ ਕਿੱਦਾਂ ਲੈਟਰ ਆਫ ਕੰਟੈਕਟ ਮਿਲਦਾ, ਉੱਥੇ ਵਰਕ ਦੀ ਨੇਚਰ ਦੱਸਦੀ। ਇੱਥੇ ਗੁੱਡਸ ਐਂਡ ਸਰਵਿਸਿਜ਼ ਬਿਜ਼ਨਸ ਦੇ ਵਿੱਚ ਹੁੰਦੀਆਂ, ਪ੍ਰੋਫੈਸ਼ਨ ਦੇ ਵਿੱਚ ਐਕਸਪਰਟ ਸਰਵਿਸਿਜ਼ ਹੁੰਦੇ ਆ, ਇੰਪਲੋਇਮੈਂਟ ਦੇ ਵਿੱਚ ਰੂਲਸ ਰੈਗੂਲੇਸ਼ਨ। ਕੁਆਲੀਫਿਕੇਸ਼ਨ, ਬਿਜ਼ਨਸ 'ਚ ਬੇਟਾ ਕਾਹਦੀ ਕੁਆਲੀਫਿਕੇਸ਼ਨ, ਬਿਜ਼ਨਸ 'ਚ ਨੋ ਨੀਡ ਆਫ ਐਨੀ ਟਾਈਪ ਆਫ ਕੁਆਲੀਫਿਕੇਸ਼ਨ। ਬਿਜ਼ਨਸ ਦੇ ਵਿੱਚ ਇਹ ਹੈ ਕਿ ਤੁਹਾਨੂੰ ਬਸ ਸਿਸਟਮ ਦੇ ਬਾਰੇ ਨੌਲੇਜ ਹੋਣੀ ਚਾਹੀਦੀ, ਉਹਨੂੰ ਅਪਗ੍ਰੇਡ ਕਿੱਦਾਂ ਕਰਨਾ, ਦੈਟਸ ਸਫੀਸ਼ੀਐਂਟ। ਪ੍ਰੋਫੈਸ਼ਨ ਦੇ ਕੇਸ ਵਿੱਚ ਤੁਹਾਨੂੰ ਪੂਰੀ ਐਕਸਪਰਟ ਟ੍ਰੇਨਿੰਗ ਨੌਲੇਜ ਹੋਣੀ ਚਾਹੀਦੀ ਹੈ। ਇੰਪਲੋਇਮੈਂਟ ਦੇ ਵਿੱਚ ਐਸ ਕੰਡੀਸ਼ਨਸ ਆਫ ਦਾ ਇੰਪਲੋਇਰ ਦੇ ਹਿਸਾਬ ਨਾਲ ਰਿਵਾਰਡ, ਉੱਥੇ ਪ੍ਰੋਫਿਟ ਹੋ ਗਿਆ, ਉੱਥੇ ਫੀਸ ਹੋ ਗਿਆ, ਉੱਥੇ ਉਹਦੀ ਸੈਲਰੀ ਹੋ ਗਈ। ਕੈਪੀਟਲ ਇਨਵੈਸਟਮੈਂਟ, ਬਿਜ਼ਨਸ ਬਹੁਤ ਪੈਸਾ ਚਾਹੀਦਾ, ਪ੍ਰੋਫੈਸ਼ਨ 'ਚ ਘੱਟ ਚਾਹੀਦਾ, ਇੰਪਲੋਇਮੈਂਟ 'ਚ ਕੋਈ ਕੈਪੀਟਲ ਦੀ ਰਿਕੁਆਇਰਡ ਨਹੀਂ। ਐਗਜ਼ਾਮਪਲਸ ਦੱਸਦੀਆਂ, ਮੋਟਿਵ ਦੱਸਦੇ। ਦੈਨ ਇਸ ਤੋਂ ਬਾਅਦ ਨੈਕਸਟ ਟੌਪਿਕ ਆ ਜਾਂਦਾ ਕਲਾਸੀਫਿਕੇਸ਼ਨ ਆਫ ਬਿਜ਼ਨਸ ਐਕਟੀਵਿਟੀਜ਼, ਕਿ ਬਿਜ਼ਨਸ ਦੀ ਹੁਣ ਐਕਟੀਵਿਟੀਜ਼ ਕਿਹੜੀਆਂ ਕਿਹੜੀਆਂ। ਇੰਡਸਟਰੀ, ਕਾਮਰਸ, ਦੋ ਤਰ੍ਹਾਂ ਦੀ ਐਕਟੀਵਿਟੀਆਂ ਬਿਜ਼ਨਸ ਦੇ ਵਿੱਚ। ਪਹਿਲੀ ਇੰਡਸਟਰੀ ਦਾ ਮਤਲਬ ਉਹ ਇਕਨੋਮਿਕ ਐਕਟੀਵਿਟੀ ਜਿਹਦੇ ਵਿੱਚ ਆਪਾਂ ਰਿਸੋਰਸਿਸ ਨੂੰ ਯੂਸਫੁਲ ਗੁੱਡਸ ਦੇ ਵਿੱਚ ਕਨਵਰਟ ਕਰਦੇ ਹਾਂ। ਰਿਸੋਰਸਿਸ, ਮਟੀਰੀਅਲ ਆਂਦਾ, ਮਟੀਰੀਅਲ ਨੂੰ ਯੂਸਫੁਲ ਦੇ ਵਿੱਚ ਕਨਵਰਟ ਕਰਦੇ ਆ, ਦੈਟਸ ਏ ਇੰਡਸਟਰੀ। ਕਾਰਖਾਨਾ ਜਿਹਨੂੰ ਆਪਾਂ ਕਹਿੰਦੇ ਹਾਂ। ਫਿਰ ਅੱਗੇ ਉਹਨਾਂ ਦੀ ਕੰਜ਼ਿਊਮਰ ਗੁੱਡਸ, ਪ੍ਰੋਡਿਊਸਰ ਗੁੱਡਸ। ਕੰਜ਼ਿਊਮਰ ਗੁੱਡਸ ਦੇ ਵਿੱਚ ਉਹ ਵਾਲੀਆਂ ਗੁੱਡਸ ਜਿਹੜੀਆਂ ਡਾਇਰੈਕਟਲੀ ਕੰਜ਼ੰਪਸ਼ਨ ਬਾਈ ਦਾ ਕੰਜ਼ਿਊਮਰ, ਤੇ ਪ੍ਰੋਡਿਊਸਰ ਗੁੱਡਸ ਦੇ ਵਿੱਚ ਕਿ ਜਿੱਥੇ ਪ੍ਰੋਡਕਸ਼ਨ ਹੁੰਦੀ ਵੀ ਗੁੱਡਸ ਦੀ, ਸਟੀਲ, ਮਸ਼ੀਨਸ। ਕੰਜ਼ਿਊਮਰ 'ਚ ਸ਼ੂਜ਼, ਕਲੋਥ, ਤੇ ਪ੍ਰੋਡਿਊਸਰ ਦੇ ਵਿੱਚ ਸਟੀਲ, ਮਸ਼ੀਨਰੀ, ਫੈਕਟਰੀ, ਬਿਲਡਿੰਗ। ਫਿਰ ਇੰਡਸਟਰੀ ਬੇਟਾ ਤਿੰਨ ਤਰ੍ਹਾਂ ਦੀ ਆ ਗਈ, ਪ੍ਰਾਇਮਰੀ, ਸੈਕੰਡਰੀ, ਟਰਸ਼ਰੀ। ਸੋ ਅੱਜ ਆਪਾਂ ਇੰਡਸਟਰੀ ਦਾ ਟੌਪਿਕ ਕਵਰ ਕਰਦੇ ਹਾਂ। ਆਈ ਹੋਪ ਆਲ ਆਰ ਯੂ ਕਲੀਅਰ ਦਾ ਕੰਸੈਪਟ। ਥੈਂਕਸ ਐਂਡ ਹੈਵ ਅ ਨਾਈਸ ਡੇ।